ਮੇਰੇ ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਿਰ ਤੋਂ ਲੈ ਕੇ ਹਾਜ਼ਰ ਹਾਂ ਨਾਵਲ ਮੱਖੀਆਂ ਦਾ ਭਾਗ 13। ਖਾਣਾ ਖਾਣ ਤੋਂ ਬਾਅਦ ਅਸੀਂ ਸਕੂਲ ਦੇ ਗਰਾਊਂਡ ਵੱਲ ਚਲੇ ਗਏ। ਬੱਚਿਆਂ ਨੂੰ ਆਰਾਮ ਕਰਨ ਲਈ ਸਕੂਲ ਦੇ ਹੀ ਸਾਈਡ ਤੇ ਬਣੇ ਇੱਕ ਲੰਮੇ ਅਤੇ ਵੱਡੇ ਕਮਰੇ ਵਿੱਚ ਭੇਜ ਦਿੱਤਾ ਗਿਆ ਸੀ। ਇਸ ਗੱਲ ਦਾ ਪਤਾ ਚੌਕੀਦਾਰ ਤੋਂ ਲੱਗਿਆ ਜਦੋਂ ਉਸ ਨੂੰ ਮਾਇਰਾ ਨੇ ਬੁਲਾਇਆ ਅਤੇ ਸਕੂਲ ਦੇ ਗਰਾਊਂਡ ਵਿੱਚ ਇੱਕ ਦਰਖਤ ਦੇ ਥੱਲੇ 2 ਕੁਰਸੀਆਂ ਲਿਆਉਣ ਲਈ ਕਿਹਾ। ਦੁਪਹਿਰ ਢਲ ਰਹੀ ਸੀ। ਦਰਖਤ ਦੀ ਛਾਂ ਗੂੜੀ ਸੀ। ਅਸੀਂ ਦੋਵੇਂ ਇੱਥੇ ਬੈਠ ਗਏ। ਚੌਕੀਦਾਰ ਸਾਡੇ ਲਈ ਚਾਹ ਬਣਾਉਣ ਲਈ ਚਲਾ ਗਿਆ। ਅਸੀਂ ਇੱਥੇ ਸਾਂ ਸਕੂਲ ਦੇ ਗਰਾਊਂਡ ਵਿੱਚ ਦਰਖਤ ਦੇ ਥੱਲੇ ਸੰਘਣੀ ਛਾਵੇਂ। ਦੋਵੇਂ ਚੁੱਪ। ਮਾਇਰਾ ਕੁਝ ਸੋਚ ਰਹੀ ਸੀ। ਮੈਂ ਉਸ ਨੂੰ ਕੁਝ ਵੀ ਪੁੱਛਣਾ ਠੀਕ ਨਹੀਂ ਸਮਝਿਆ ਕਿਉਂਕਿ ਕਿਸੇ ਦਾ ਸੱਚ ਸਿਰਫ ਉਦੋਂ ਹੀ ਜਾਣਿਆ ਜਾ ਸਕਦਾ ਹੈ ਜਦੋਂ ਉਹ ਆਪ ਬੋਲਣਾ ਚਾਹੁੰਦਾ ਹੋਵੇ। ਇਸ ਸਮੇਂ ਕੋਈ ਵੀ ਸਵਾਲ ਸਾਂਝੀਆਂ ਕਰਨ ਵਾਲੀਆਂ ਗੱਲਾਂ ਵਿੱਚ ਅੜਿੱਕਾ ਬਣ ਜਾਂਦਾ ਹੈ। ਮੈਂ ਉਡੀਕ ਕਰ ਰਿਹਾ ਸਾਂ ਕਿ ਮਾਇਰਾ ਕੁਝ ਬੋਲੇ। 5-7 ਮਿੰਟ ਮਾਇਰਾ ਸੋਚਦੀ ਰਹੀ। ਫਿਰ ਉਸਨੇ ਬੋਲਣਾ ਸ਼ੁਰੂ ਕੀਤਾ। ਤੁਹਾਨੂੰ ਪਤਾ ਕਿ ਇਸ ਧਰਤੀ 'ਤੇ ਮਨੁੱਖ ਸਦੀਆਂ ਤੋਂ ਹੈ। ਬਹੁਤੇ ਮਨੁੱਖਾਂ ਨੂੰ ਚੰਗੇ ਮਾੜੇ ਦੀ ਸਮਝ ਵੀ ਹੈ। ਫਿਰ ਵੀ ਸਦੀਆਂ ਤੋਂ ਜੁਰਮ ਹੁੰਦਾ ਹੈ। ਮਨੁੱਖ ਸ਼ਾਇਦ ਅਜਿਹਾ ਪ੍ਰਾਣੀ ਹੈ ਜਿਸ ਨੇ ਹਰ ਰਿਸ਼ਤੇ ਨੂੰ ਅਲੱਗ-ਅਲੱਗ ਨਾਮ ਤੇ ਪਰਿਭਾਸ਼ਾ ਦਿੱਤੀ ਹੋਈ ਹੈ, ਪਰ ਹਰ ਥਾਂ ਤੇ ਰਿਸ਼ਤਿਆਂ ਦੇ ਅਰਥ ਬਦਲ ਜਾਂਦੇ ਹਨ। ਮੈਨੂੰ ਵੇਖੋ, ਮੇਰੇ ਨਾਲ ਉਸ ਆਦਮੀ ਨੇ ਬਲਾਤਕਾਰ ਕੀਤਾ ਜੋ ਮੇਰਾ ਭਰਾ ਹੈ ਜਾਂ ਭਰਾਵਾਂ ਵਰਗਾ ਹੈ। ਆਦਮੀ ਨੂੰ ਸਥਿਤੀਆਂ ਬਦਲ ਦਿੰਦੀਆਂ ਹਨ। ਬਹੁਤ ਘੱਟ ਆਦਮੀ ਮਜ਼ਬੂਤ ਹੁੰਦੇ ਹਨ। ਆਮ ਆਦਮੀ ਲੋੜਾਂ ਅਨੁਸਾਰ ਸਮੇਂ ਅਨੁਸਾਰ ਬਦਲਦੇ ਰਹਿੰਦੇ ਹਨ। ਪਰ ਉਸ ਨੇ ਅਜਿਹਾ ਕਿਉਂ ਕੀਤਾ? ਕੀ ਤੁਸੀਂ ਸੋਚਿਆ ਕਦੇ? ਮੈਂ ਸੰਖੇਪ ਸਵਾਲ ਕੀਤਾ। ਮੈਂ ਜ਼ਿਆਦਾ ਬੋਲਣ ਨਹੀਂ ਸੀ ਚਾਹੁੰਦਾ ਤਾਂ ਜੋ ਮਾਇਰਾ ਨੂੰ ਆਪਣੀ ਗੱਲ ਕਹਿਣ ਵਿੱਚ ਕੋਈ ਔਖ ਨਾ ਹੋਵੇ। ਹਾਂ, ਮੈਂ ਸੋਚਿਆ, ਪਰ ਜੋ ਕੁਝ ਵੀ ਸਾਡੇ ਆਸੇ-ਪਾਸੇ ਵਾਪਰਦਾ ਹੈ ਉਸ ਲਈ ਬਹੁਤ ਕੁਝ ਜ਼ਿੰਮੇਵਾਰ ਹੁੰਦਾ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਅੱਜ ਤੱਕ ਮੈਂ ਇਹ ਸਭ ਕਿਸੇ ਨਾਲ ਸਾਂਝਾ ਨਹੀਂ ਕੀਤਾ। ਮੈਨੂੰ ਲੱਗਦਾ ਸੀ ਮੈਨੂੰ ਇਹ ਗੱਲਾਂ ਕਿਸੇ ਨਾਲ ਨਹੀਂ ਕਰਨੀਆਂ ਚਾਹੀਦੀਆਂ। 1-2 ਵਾਰ ਸ਼ੁਰੂ ਵਿੱਚ ਜਦੋਂ ਮੇਰੇ ਨਾਲ ਰੇਪ ਹੋਇਆ, ਕੁਝ ਅਖਬਾਰ ਦੇ ਪੱਤਰਕਾਰ ਵੀ ਮੇਰੇ ਕੋਲ ਆਏ, ਪਰ ਉਹਨਾਂ ਨੂੰ ਕੁਝ ਵੀ ਬਿਨਾਂ ਦੱਸੇ ਮੈਂ ਵਾਪਸ ਭੇਜ ਦਿੱਤਾ। ਪਰ ਹੁਣ ਮੈਂ ਮਹਿਸੂਸ ਕਰਦੀ ਹਾਂ ਕਿ ਤੁਹਾਨੂੰ ਇਹ ਦੱਸਦੇ ਮੇਰੇ ਤਨ ਮਨ ਤੋਂ ਕੋਈ ਭਾਰ ਉਤਰ ਰਿਹਾ ਹੈ। ਮੈਂ ਹੌਲੀ ਹੋ ਰਹੀ ਹਾਂ। ਸ਼ਾਇਦ ਅੱਜ ਮੇਰੀ ਆਤਮਿਕ ਮੁਕਤੀ ਦਾ ਦਿਨ ਹੈ। ਜਦੋਂ ਤੁਸੀਂ ਸਵੇਰੇ ਮੇਰੇ ਕੋਲ ਆਏ ਸੀ, ਮੈਂ ਸੋਚਿਆ ਸੀ ਕਿ ਤੁਹਾਡੇ ਨਾਲ ਬਹੁਤੀ ਗੱਲ ਨਾ ਕਰਾਂ। ਬਹੁਤ ਵਾਰ ਇਹ ਸਭ ਮੈਂ ਭੁੱਲਦੀ ਰਹੀ, ਪਰ ਕੁਝ ਸਮੇਂ ਬਾਅਦ ਫਿਰ ਇਹ ਸਭ ਕੁਝ ਕੌੜੀਆਂ ਯਾਦਾਂ ਦੇ ਰੂਪ ਵਿੱਚ ਮੇਰੇ ਅੰਦਰ ਭਰਨ ਲੱਗਦਾ ਹੈ। ਇਹ ਵਾਰ-ਵਾਰ ਹੁੰਦਾ ਰਿਹਾ, ਭੁੱਲਣਾ ਅਤੇ ਯਾਦ ਆਉਣਾ। ਹੁਣ ਵੀ ਮੈਨੂੰ ਫਿਰ ਇਸ ਸਭ ਨੇ ਅੰਦਰੋਂ ਫੜਿਆ ਹੋਇਆ ਹੈ, ਪਰ ਇੰਨੀ ਕੁ ਗੱਲ ਕਰਨ ਬਾਅਦ ਮੈਂ ਵੀ ਮਹਿਸੂਸ ਕਰਦੀ ਹਾਂ ਕਿ ਕੁਦਰਤ ਸ਼ਾਇਦ ਇਹੀ ਚਾਹੁੰਦੀ ਹੈ ਕਿ ਹੁਣ ਮੈਂ ਇਸ ਆਤਮਿਕ ਦੁੱਖ ਤੋਂ ਮੁਕਤ ਹੋਵਾਂ। ਹੁਣ ਤੁਹਾਨੂੰ ਮੈਂ ਸਭ ਕੁਝ ਦੱਸਦੀ ਹਾਂ। ਮਾਇਰਾ ਫਿਰ ਚੁੱਪ ਹੋ ਗਈ। ਫਿਰ ਉਹ ਹੌਲੀ-ਹੌਲੀ ਬੋਲਣ ਲੱਗੀ। ਮੇਰੀ ਜ਼ਿੰਦਗੀ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਮੈਨੂੰ ਖੁਸ਼ੀ ਦੇਵੇ। ਮੈਂ ਵਰ੍ਹਿਆਂ ਤੋਂ ਖੁੱਲ੍ਹ ਕੇ ਹੱਸੀ ਨਹੀਂ। ਬੱਚਿਆਂ ਦੇ ਨਾਲ ਰਹਿੰਦਿਆਂ ਮੈਨੂੰ ਆਤਮਿਕ ਸ਼ਾਂਤੀ ਜ਼ਰੂਰ ਮਿਲਦੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿਸੇ ਦੁੱਖ ਨੇ ਮੈਨੂੰ ਅੰਦਰੋਂ ਫੜਿਆ ਹੋਇਆ ਹੈ। ਜ਼ਿੰਦਗੀ ਇਸ ਤਰ੍ਹਾਂ ਦੀ ਨਹੀਂ ਰਹੀ ਜਿਵੇਂ ਕਿਸੇ ਫੁੱਲਾਂ ਭਰੇ ਬਾਗ ਵਿੱਚੋਂ ਹਵਾ ਲੰਘਦੀ ਹੈ। ਆਪਣਾ ਆਪ ਖੁਸ਼ਬੂ ਨਾਲ ਭਰਿਆ ਨਹੀਂ ਲੱਗਦਾ। ਹੁਣ ਜਿਉਣਾ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਦਾ ਸੌਂਪਿਆ ਕੰਮ ਕਰ ਰਹੇ ਹੋਈਏ। ਸਾਡੇ ਬਾਹਰ ਸਾਨੂੰ ਦੁੱਖ ਮਿਲਦਾ ਹੈ, ਅੰਦਰ ਵੀ ਦੁੱਖ ਹੈ, ਪਰ ਉਹ ਹੋਰ ਚੀਜ਼ ਹੈ। ਮੈਂ ਆਪਣੇ ਅੰਦਰ ਬਾਹਰ ਦੇ ਦੁੱਖਾਂ ਵਿੱਚ ਦੁਚਿੱਤੀ ਵਿੱਚ ਪੈ ਜਾਂਦੀ ਹਾਂ। ਕਦੇ-ਕਦੇ ਸੰਬੋਧ ਬਾਰੇ ਸੋਚਦੀ ਹਾਂ, ਪਰ ਜ਼ਿਆਦਾਤਰ ਮੈਂ ਆਪਣੀ ਮੁਹੱਬਤ ਬਾਰੇ ਸੋਚਦੀ ਹਾਂ, ਸਿਮਰਨ ਬਾਰੇ ਸੋਚਦੀ ਹਾਂ। ਮੈਂ ਸਿਰਫ ਇੱਕੋ ਹੀ ਆਦਮੀ ਨੂੰ ਪਿਆਰ ਕੀਤਾ ਹੈ, ਸਿਮਰਨ ਨੂੰ। ਬਸ ਇਸੇ ਨਾਲ ਸਕੂਨ ਮਿਲਦਾ ਹੈ। ਸਿਮਰਨ ਨੂੰ ਮੈਂ ਵਾਰ-ਵਾਰ ਯਾਦ ਕਰਦੀ ਹਾਂ। ਇਹ ਭਾਵੇਂ ਥੋੜ੍ਹਾ ਜਿਹਾ ਸਕੂਨ ਦਿੰਦਾ ਹੈ, ਪਰ ਮੈਂ ਇਸ ਦੇ ਬਾਰੇ ਸੋਚਦੀ ਰਹਿਣਾ ਚਾਹੁੰਦੀ ਹਾਂ ਕਿਉਂਕਿ ਸਾਡਾ ਲਗਾਤਾਰ ਸੋਚਣਾ ਸਾਡੇ ਅਚੇਤ ਮਨ ਦਾ ਹਿੱਸਾ ਬਣਦਾ ਹੈ। ਫਿਰ ਮੈਨੂੰ ਸਿਮਰਨ ਦੇ ਸੁਪਨੇ ਆਉਂਦੇ ਹਨ।
ਸੁਪਨਿਆਂ ਵਿੱਚ ਮੈਂ ਸਿਮਰਨ ਦਾ ਹੱਥ ਫੜ ਕੇ ਤੁਰਦੀ ਹਾਂ। ਹਮੇਸ਼ਾ ਅਸੀਂ ਤੁਰਦੇ ਜਾ ਰਹੇ ਹਾਂ ਖੇਤਾਂ ਦੇ ਵਿੱਚ, ਠੰਡੀਆਂ ਹਵਾਵਾਂ ਦੇ ਵਗਦਿਆਂ ਇੱਕ ਦੂਜੇ ਨਾਲ ਗੱਲਾਂ ਕਰਦੇ। ਉੱਥੇ ਹੋਰ ਕੋਈ ਨਹੀਂ ਹੁੰਦਾ, ਬਸ ਮੈਂ ਤੇ ਉਹ। ਮਨੁੱਖ ਆਪਣੀ ਮੁਹੱਬਤ ਕਰਨ ਵਾਲੇ ਕੋਲ ਹੋਵੇ, ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਇੰਨਾ ਖੂਬਸੂਰਤ ਅਹਿਸਾਸ ਹੋਰ ਕੁਝ ਵੀ ਨਹੀਂ। ਮੈਂ ਚਾਹੁੰਦੀ ਹਾਂ ਮੈਂ ਹਮੇਸ਼ਾ ਸੌਂਦੀ ਰਹਾਂ, ਸਿਮਰਨ ਦੇ ਸੁਪਨੇ ਵੇਖਦੀ ਰਹਾਂ। ਬਸ ਮੈਂ ਲਗਾਤਾਰ ਸੁਪਨੇ ਵੇਖਣਾ ਪਸੰਦ ਕਰਦੀ ਹਾਂ। ਡਰੀਮਸ ਆਫਟਰ ਡਰੀਮਸ। ਮਾਰਿਆ ਚੁੱਪ ਹੋ ਗਈ। ਉਹ ਸ਼ਾਇਦ ਨਿਸ਼ਚਿੰਤ ਤੌਰ 'ਤੇ ਆਪਣੇ ਸੁਪਨਿਆਂ ਬਾਰੇ ਸੋਚ ਰਹੀ ਸੀ, ਸਿਮਰਨ ਬਾਰੇ। ਉਸਦੇ ਮੂੰਹ 'ਤੇ ਹਲਕੀ ਮੁਸਕਰਾਹਟ ਸੀ। ਮੈਨੂੰ ਲੱਗਿਆ ਮੈਂ ਅੱਜ ਕੁਦਰਤ ਦੀ ਉਸ ਦਾਤ ਦੇ ਸੰਪਰਕ ਵਿੱਚ ਹਾਂ ਜਿਸ ਨੂੰ ਮੁਹੱਬਤ ਕਿਹਾ ਜਾਂਦਾ ਹੈ, ਜੋ ਗੀਤਾਂ ਜਾਂ ਕਵਿਤਾਵਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ, ਇੱਕ ਜਿਉਂਦੀ ਜਾਗਦੀ ਚੀਜ਼। ਕੁਝ ਚਿਰ ਰੁਕ ਕੇ ਮਾਇਰਾ ਫਿਰ ਬੋਲਣ ਲੱਗੀ। ਮੇਰੀ ਇੱਕ ਫਰੈਂਡ ਹੈ, ਉਹ ਕਾਲ ਗੱਲ ਹੈ, ਫੇਸਬੁੱਕ 'ਤੇ ਮਿਲੀ, ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ। ਉਸਨੇ ਮੇਰੀ ਇਸ ਦੁੱਖ ਵਿੱਚੋਂ ਨਿਕਲਣ ਦੀ ਬਹੁਤ ਮਦਦ ਕੀਤੀ। ਉਸ ਬਾਰੇ ਮੈਂ ਇੱਕ ਪੋਇਮ ਵੀ ਲਿਖੀ ਸੀ, ਕਵਰ ਨਾਟ ਅਵੇਲੇਬਲ। ਇਹ ਸਬੋਤ ਦੀ ਬੁੱਕ ਵਿੱਚ ਹੈ, ਤੁਸੀਂ ਪੜ੍ਹੀ ਹੋਵੇਗੀ। ਹਾਂ, ਮੈਂ ਪੜ੍ਹੀ ਹੈ, ਮੈਂ ਸੰਖੇਪ ਜਵਾਬ ਦਿੱਤਾ ਹੈ। ਬਾਕੀ ਅਗਲੇ ਭਾਗ ਦੇ ਵਿੱਚ। ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਖਿਆਲ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ।